गुरु अदब गुरु सत्कार विच जुड़ बैठे माई अते भाई। फतेह बुलाओ आखो वाहिगुरु जी का खालसा वाहिगुरु जी की फतेह। सतगुरुदेव महाराज की जय। भगवान श्री चंद्र महाराज साहब जी की जय। मानस जन्म दुर्लभ है होत न बार। जिन्ना भी ज्ञान मनुख वास्ते इस दुनिया ते वंडिया गया, दसिया गया, किया गया, समझाया गया, वो सारे का सारा जिहड़ा निचोड़ है वो मनुख नूं समझाया गया। मनुख तो अलावा किसी होर कोल बुद्धि नहीं है, और जूनी कोल बुद्धि नहीं है, अकल नहीं है, सोझी नहीं है। इस करके जिन्ना भी ज्ञान सोझी ग्रंथ शब्द भाषा जिन्नी भी साधन ने मनुख नूं समझाउण दे वखो वखरे धर्म वर्ण जाता जदों भी कोई उस परमात्मा दी कला नूं जाण लैंदा है, उस परमात्मा दे विधान नूं जाण लैंदा है, उहदे विच अभेद करके फिर वो आपदे सारे संसार नूं आपदा रूप समझदा है। सारे संसार दे विच वो परमात्मा दी जो जोत है, जो सब विच समाई है, उन्होंने एक ज्ञान बोध आ जाता है। फिर वो अपना जान के होका देंदा है, जागो भाई मनुखा जामा दुर्लभ है, औखा मिले, पर असी इहनूं इउं जी जाने कमलिया बोध ही नहीं है, ज्ञान ही नहीं है, सोझी नहीं है। इसी तरह बहुत सारे ग्रंथों दे विच ये जिक्र किया गया भी इस मनुखा जामे दी महानता नूं समझो। समझाउण वास्ते वखरियां वखरियां भाषा का इस्तेमाल किया गया। फिर विद्वान ज्ञानी लोगों ने उन्होंने अगे व्याख्या करके प्रचार किया, समझाया, और फिर भी सारे समझ नहीं सके। कईयां नूं समझ आ गया, उन्हें मनिया नहीं, कईयां नूं समझ आया ही नहीं। कई ज्ञान तो हीने रह गए, कई ज्ञान लैके भी ज्ञान की वरतों नहीं कर सके, उस ज्ञान अपने जीवन च ढाल नहीं सके। सुनते रहे झूठ माड़ा है, निंदिया माड़ी है, ईर्खा माड़ी है, बेईमानी नहीं करनी चाहिए, पर छड़ी नहीं, छड़ी नहीं। उन्होंने असीं कहने इन्हां ने ज्ञान तो ले लिया, ज्ञान इन्हां तक पहुंच भी गया, भागां वाले सी, पर उस ज्ञान मुताबिक आपदा जीवन ढाल नहीं सके, उन्होंने ढाल नहीं सके। परमात्मा असल विच चीज की है? जिस परमात्मा विच तुसी अभेद होना है, ये मनुखा जामा तुहानू राम बन वास्ते प्राप्त होया है।
ਤੇ ਇੱਕਦਮ ਇਹ ਰਾਮ ਬਣਿਆ ਨਹੀਂ ਜਾਣਾ। ਇਹ ਪੌੜੀ ਦਰ ਪੌੜੀ, ਡੰਡੇ ਦਰ ਡੰਡਾ, ਹੌਲੀ ਹੌਲੀ ਕਰਕੇ ਇਹ ਸਮੁੰਦਰ ਹੈ, ਇਹਦੇ ਵਿੱਚ ਉਤਰਨਾ ਪੈਣਾ। ਜਿਵੇਂ ਜਿਵੇਂ ਤੁਸੀਂ ਸਮੁੰਦਰ ਦੀ ਸਤ੍ਹਾ ਨੂੰ ਪਾਰ ਕਰਦੇ, ਉਹਦੇ ਵਿੱਚ ਜਾਂਦੇ ਜਾਓਗੇ, ਥੱਲੇ ਥੱਲੇ ਖਜ਼ਾਨੇ, ਠੰਡਕ, ਆਨੰਦ ਆਉਂਦਾ ਜਾਏਗਾ। ਤੁਸੀਂ ਵੇਖੋ ਸਮੁੰਦਰ ਦੇ ਉੱਪਰ ਬਹੁਤ ਸਾਰੀ ਗੰਦਗੀ ਉੱਪਰਲੀ ਸਤ੍ਹਾ 'ਚ ਤੈਰਦੀ ਹੁੰਦੀ ਹੈ, ਜੋ ਇਕੱਠੀ ਹੋ ਕਰਕੇ ਕਿਨਾਰਿਆਂ ਨਾਲ ਆ ਲੱਗਦੀ ਹੈ। ਉੱਪਰਲਾ ਪਾਣੀ ਵੀ ਕਈ ਵਾਰੀ ਗੰਦਲਾ ਹੁੰਦਾ ਹੈ। ਜਿਵੇਂ ਜਿਵੇਂ ਅਸੀਂ ਉਸ ਪਾਣੀ ਦੇ ਵਿੱਚ ਵੜ ਕਰਕੇ ਹੌਲੀ ਹੌਲੀ ਥੱਲੇ ਜਾਂਦੇ ਜਾਵਾਂਗੇ, ਪਾਣੀ ਸਾਫ਼ ਹੁੰਦਾ ਜਾਏਗਾ, ਨਿੱਤਰਦਾ ਜਾਏਗਾ। ਉੱਪਰਲਾ ਪਾਣੀ ਮੌਸਮ ਦੇ ਪ੍ਰਭਾਵ 'ਚ ਹੁੰਦਾ ਹੈ, ਕਦੇ ਗਰਮੀਆਂ ਵਿੱਚ ਗਰਮ ਹੁੰਦਾ ਹੈ, ਸਰਦੀਆਂ ਵਿੱਚ ਠੰਡਾ ਹੁੰਦਾ ਹੈ। ਥੱਲੇ ਵਾਲੇ ਪਾਣੀ ਦਾ ਤਾਪਮਾਨ ਨਿਰੰਤਰ ਰਹਿੰਦਾ ਹੈ, ਨਾ ਗਰਮ ਹੁੰਦਾ ਹੈ ਨਾ ਠੰਡਾ ਹੁੰਦਾ ਹੈ। ਸਰਦੀਆਂ ਵਿੱਚ ਤੁਸੀਂ ਥੱਲੇ ਵਾਲੇ ਪਾਣੀ 'ਚ ਚਲੇ ਜਾਓ, ਉੱਪਰਲਾ ਪਾਣੀ ਠੰਡਾ ਤੇ ਥੱਲੇ ਗਰਮ ਮਿਲੇਗਾ। ਤਾਜ਼ੇ ਪਾਣੀ ਨਾਲ ਜਦੋਂ ਟਿਊਬਵੈੱਲ ਨਲਕਾ ਚੱਲਦਾ, ਤੁਸੀਂ ਨਹਾਉਂਦੇ ਹੋ, ਤਾਜ਼ਾ ਨਿਕਲਦਾ। ਪਹਿਲਾਂ ਜਿਹੜੀਆਂ 4 ਬੋਕੀਆਂ ਮਾਰਦੇ ਆ, ਉਹ ਪਾਣੀ ਠੰਡਾ ਹੁੰਦਾ। ਗਰਮੀਆਂ ਵਿੱਚ ਜ਼ਮੀਨ ਤੇ ਮੌਸਮ, ਸੂਰਜ ਦੇ ਪ੍ਰਭਾਵ ਕਾਰਨ ਪਾਣੀ ਗਰਮ ਹੋ ਜਾਂਦਾ। ਥੋੜਾ ਜਿਹਾ ਟਿਊਬਵੈੱਲ ਮੋਟਰ ਚੱਲ ਜਾਏ, ਥੱਲੇ ਪਾਣੀ ਠੰਡਾ ਨਿਕਲ ਆਉਂਦਾ। ਇਸੇ ਤਰ੍ਹਾਂ ਹੀ ਪਰਮਾਤਮਾ ਸਮੁੰਦਰ ਦੀ ਨਿਆਈ ਹੈ, ਅਸੀਂ ਸਾਰੇ ਬੂੰਦਾਂ ਹਾਂ। ਇਸ ਬੂੰਦ ਨੇ ਆਖਰਕਾਰ ਸਮੁੰਦਰ ਦੇ ਵਿੱਚ ਸਮਾਉਣਾ ਹੈ। ਲੱਗੀ ਹੋਈ ਜਨਮਾਂ ਦੀ ਮੈਲ ਕਾਰਨ ਬੂੰਦ ਸਫ਼ਰ ਕਰ ਰਹੀ ਹੈ, ਹਵਾ 'ਚ ਉੱਡਦੀ ਹੈ, ਫਿਰ ਜਾ ਕੇ ਕਿਸੇ ਪਹਾੜ ਉੱਤੇ ਵਰਸ ਜਾਂਦੀ ਹੈ। ਕਿਤੇ ਬਰਫ਼ ਬਣ ਕੇ ਰੁਕ ਗਈ ਹੈ, ਕਿਸੇ ਚਿੱਕੜ ਵਿੱਚ ਰੁਕ ਗਈ ਹੈ, ਕਿਸੇ ਨਾਲੇ ਵਿੱਚ ਰੁਕ ਗਈ ਹੈ, ਕਿਤੇ ਗੈਸ ਬਣ ਗਈ ਹੈ, ਕਿਤੇ ਹਵਾ ਬਣ ਗਈ ਹੈ, ਸਮੁੰਦਰ ਤੋਂ ਵਿਛੜ ਗਈ। ਇਸੇ ਤਰ੍ਹਾਂ ਸਮਝਣ ਵਾਸਤੇ ਜਿਹੜੀ ਬੂੰਦ ਬਰਫ਼ ਬਣ ਗਈ ਹੈ, ਉਹ ਹਜ਼ਾਰਾਂ ਸਾਲ ਤੋਂ ਹਿਮਾਲਿਆ ਦੀ ਚੋਟੀ ਤੇ ਬਰਫ਼ ਬਣ ਕੇ ਪਈ ਹੈ, ਸਮੁੰਦਰ ਨਾਲੋਂ ਵਿਛੜ ਗਈ। ਕੋਹਾਂ ਦੂਰ ਆ ਕੇ ਬਰਫ਼ ਬਣ ਗਈ। ਕੋਈ ਬੂੰਦ ਬਰਸਾਤ ਬਣ ਕੇ ਸਮੁੰਦਰ ਵਿੱਚੋਂ ਉੱਡੀ ਆ ਕੇ ਕਿਸੇ ਛੱਪੜ ਵਿੱਚ ਡਿੱਗ ਪਈ, ਕਿਸੇ ਚਿੱਕੜ ਵਿੱਚ ਡਿੱਗ ਪਈ, ਗੰਦਗੀ ਵਿੱਚ ਡਿੱਗ ਪਈ, ਉਹ ਉੱਥੇ ਹੀ ਪਈ ਹੈ। ਤੋ ਅਸੀਂ ਸਾਰੇ ਸੀ ਤਾਂ ਉਸ ਪਰਮਾਤਮਾ ਦੀ ਜੋਤ ਸੀ, ਤਾਂ ਉਹਦਾ ਨੂਰ, ਉਸ ਪਰਮਾਤਮਾ ਦਾ ਨੂਰ ਸੀ। ਅਸੀਂ ਕਰਮਾਂ ਦੀ ਮਾਰ, ਕੁਝ ਐਸੇ ਸਾਡੇ ਤੋਂ ਬੁਰੇ ਕਰਮ ਹੋ ਗਏ, ਸੰਸਾਰ ਦੀਆਂ ਰਸਾਂ ਤੇ ਕਸਾਂ ਵਿੱਚ ਪੈ ਕਰਕੇ ਕਰਮ ਮਾੜੇ ਕਰ ਲਏ। ਮਾੜੇ ਕਰਮਾਂ ਦੇ ਕਾਰਨ ਆਪਣੇ ਵਜੂਦ ਨਾਲੋਂ ਵਿਛੜ ਗਏ ਹਨ, ਟੁੱਟ ਗਏ ਹਨ। ਜਦੋਂ ਤੱਕ ਸਾਡਾ ਅੰਦਰ ਸਾਡੀ ਮੈਲ, ਸਾਡੇ ਕਰਮ ਜਦੋਂ ਤੱਕ ਸਾਫ਼ ਨਹੀਂ ਹੁੰਦੇ, ਸਮੁੰਦਰ ਨੇ ਸਾਨੂੰ ਉਹਦੇ ਵਿੱਚ ਥਾਂ ਨਹੀਂ ਦੇਣੀ। ਕਈਆਂ ਦੇ ਤਾਂ ਇਹ ਜਨਮ ਦਰ ਜਨਮ ਮੈਲ ਘਟ ਰਹੀ ਹੈ, ਜਿਨ੍ਹਾਂ ਨੂੰ ਬਾਤ ਸਮਝ ਆ ਗਈ, ਜੋ ਗਿਆਨੀ ਹੋ ਗਏ, ਜੋ ਬੋਧੀ ਹੋ ਗਏ, ਜਿਨ੍ਹਾਂ ਨੂੰ ਸੋਝੀ ਆ ਗਈ, ਸਿੱਖ ਹੋ ਗਏ, ਸ਼ਿਸ਼ ਹੋ ਗਏ, ਸੇਵਾਦਾਰ ਹੋ ਗਏ, ਉਹਨਾਂ ਦੀ ਤਾਂ ਜਨਮ ਦਰ ਜਨਮ ਮੈਲ ਘਟ ਰਹੀ ਹੈ। ਤੋ ਜੋ ਅਗਿਆਨਤਾ ਦੇ ਵਿੱਚ, ਮੋਹ ਵਿੱਚ ਪੈ ਗਏ, ਸੰਸਾਰ ਦੀਆਂ ਰਸਾਂ ਕਸਾਂ, ਸੰਸਾਰ ਦੀਆਂ ਰਿਸ਼ਤਿਆਂ 'ਚ ਪੈ ਗਏ, ਉਹਨਾਂ ਦੀ ਮੈਲ ਵਧੀ ਜਾ ਰਹੀ ਹੈ।
ਉਹਨਾਂ ਦਾ ਇੱਥੇ ਸੰਸਾਰ ਤੇ ਵੀ ਜੀਵਨ ਔਖਾ ਹੁੰਦਾ ਜਾਂਦਾ ਹੈ। ਅੱਗੇ ਜਦੋਂ ਮਰ ਕਰਕੇ ਉਹਨਾਂ ਦੀ ਆਤਮਾ ਅੱਗੇ ਪ੍ਰੇਤ ਬਣ ਜਾਂਦੀ ਹੈ, ਭੂਤ ਬਣ ਜਾਂਦੀ ਹੈ, ਉਹ ਫਿਰ ਅੱਗੇ ਭਟਕਦੀ ਹੈ, ਫਿਰ ਮਾੜੀਆਂ ਜੋਨਾਂ 'ਚ ਪੈ ਜਾਂਦੀ ਹੈ, ਫਿਰ ਵਾਰੀ ਮਿਲਦੀ ਹੈ, ਫਿਰ ਉਹੀ ਮਾੜੇ ਕਰਮਾਂ ਕਾਰਨ ਰਸਾਂ ਤੇ ਕਸਾਂ ਵਿੱਚ ਸੰਸਾਰ ਦਾ ਜੀਵਨ ਬਤੀਤ ਹੋ ਜਾਂਦਾ ਹੈ। ਆਪਣੇ ਪੇਟ ਦੀ ਭੁੱਖ ਤੇ ਤਨ ਨੂੰ ਕੱਜਣ ਵਾਸਤੇ, ਸਿਰ ਤੇ ਛੱਤ ਬਣਾਉਣ ਵਾਸਤੇ ਬੰਦਾ ਜੀਵਨ ਦਾ ਵੱਡਾ ਹਿੱਸਾ ਗੁਜ਼ਾਰ ਦਿੰਦਾ ਹੈ। ਗਿਆਨ ਬੋਧ ਹੁੰਦਾ ਨਹੀਂ, ਬੱਚੇ ਪੈਦਾ ਕਰ ਲੈਂਦਾ ਹੈ। ਉਹਨਾਂ ਬੱਚਿਆਂ ਦੀਆਂ ਰੋਟੀਆਂ ਟੁੱਕ ਦਾ ਇੰਤਜ਼ਾਮ ਕਰਦਾ ਕਰਦਾ ਫਿਰ ਜੀਵਨ ਹਾਰ ਜਾਂਦਾ ਹੈ। ਜੀਵਨ ਦਾ ਅਸਲ ਮਨੋਰਥ ਉਹਨੂੰ ਪਤਾ ਹੀ ਨਹੀਂ, ਸੋਝੀ ਨਹੀਂ, ਗਿਆਨ ਹੀ ਨਹੀਂ। ਥੋੜਾ ਬਹੁਤਾ ਧਰਮ ਕਰਮ ਕਰ ਲੈਣਾ, ਕੋਈ ਗ੍ਰੰਥ ਆਦਿਕ ਪੜ੍ਹ ਲੈਣਾ, ਕਿਸੇ ਨੂੰ ਧਾਰਮਿਕ ਬੰਦੇ ਨੂੰ ਜਾਂ ਧਾਰਮਿਕ ਗ੍ਰੰਥ ਨੂੰ ਸੁਣ ਪੜ੍ਹ ਲੈਣਾ, ਉਹ ਬੰਦੇ ਇਹਨੂੰ ਭਗਤੀ ਸਮਝੀ ਬੈਠੇ ਨੇ ਤੇ ਉਹਨਾਂ ਦੇ ਦਿਮਾਗ ਵਿੱਚ ਹੈ ਮਰਨ ਤੋਂ ਬਾਅਦ ਰੱਬ ਸਾਨੂੰ ਆਪਦੇ ਘਰ ਵਿੱਚ ਥਾਂ ਦੇ ਦੇਗਾ। ਐਸਾ ਨਹੀਂ ਹੁੰਦਾ। ਕਈ ਲੋਕਾਂ ਦੇ ਦਿਮਾਗ ਵਿੱਚ ਇਹ ਹੈ ਕਿ ਮਰ ਕੇ ਅਸੀਂ ਰੱਬ ਦੇ ਘਰ ਜਾਵਾਂਗੇ। ਮਰ ਕੇ ਬੰਦਾ ਰੱਬ ਦੇ ਘਰ ਨਹੀਂ ਜਾਂਦਾ, ਸਗੋਂ ਰੱਬ ਤੋਂ ਦੂਰ ਹੋ ਜਾਂਦਾ। ਮਨੁੱਖ ਹੁੰਦਿਆਂ ਹੁੰਦਿਆਂ ਪਰਮਾਤਮਾ ਹੋਣ ਦੀ ਸੰਭਾਵਨਾ ਹੈ, ਪ੍ਰੋਵੀਜ਼ਨ ਹੈ, ਸਹੂਲਤ ਹੈ ਕਿ ਜੇ ਮਨੁੱਖ ਹੁੰਦਿਆਂ ਹੁੰਦਿਆਂ ਬੰਦਾ ਪਰਮੇਸ਼ਰ ਹੋ ਗਿਆ, ਰਾਮ ਹੋ ਗਿਆ ਤਾਂ ਠੀਕ ਹੈ। ਅਗਰ ਰਾਮ ਹੋਏ ਬਗੈਰ ਬੰਦਾ ਮਰ ਗਿਆ ਤੇ ਰੱਬ ਤੋਂ ਇੰਨੀ ਕੁ ਦੂਰ ਚਲਾ ਜਾਂਦਾ, ਫਿਰ ਕਈ ਕਰੋੜਾਂ ਜਨਮ ਲੱਗ ਜਾਂਦੇ, ਦੁਬਾਰਾ ਮਨੁੱਖਾ ਜਨਮ ਲੈਂਦੇ ਆ। ਇੱਕ ਵੱਡਾ ਭੁਲੇਖਾ ਹੈ ਸੰਸਾਰ ਦੇ ਵਿੱਚ ਕਿ ਮਰ ਕੇ ਬੰਦਾ ਰੱਬ ਕੋਲ ਜਾਂਦਾ। ਰੱਬ ਕੋਲ ਨਹੀਂ ਜਾਂਦਾ, ਰੱਬ ਤੋਂ ਦੂਰ ਹੁੰਦਾ। ਰੱਬ ਹੋਣ ਵਾਸਤੇ ਕੇਵਲ ਮਨੁੱਖਾ ਜਨਮ ਹੀ ਹੈ। ਮਰਨ ਤੋਂ ਬਾਅਦ ਤਾਂ ਤੁਸੀਂ ਰੱਬ ਤੋਂ ਦੂਰ ਚਲੇ ਜਾਣਾ, ਲੰਮੇ ਪੈਂਡਿਆਂ 'ਚ ਪੈ ਜਾਓਗੇ, ਫਿਰ 84 ਲੱਖ, ਫਿਰ ਕਦੋਂ ਮਰੈ ਫਿਰ ਜੰਮੈ, ਪਿਆ ਦੇਸ਼ ਲੰਮੇ, ਪਤਾ ਨਹੀਂ ਕਦੋਂ ਦੁਬਾਰਾ ਮਨੁੱਖ ਬਣੋਗੇ, ਫਿਰ ਰੱਬ ਬਣਨ ਦੀ ਵਾਰੀ ਆਈ। ਜਿਹੜਾ ਬੰਦਾ ਜੀਂਦੇ ਜੀ ਰਾਮ ਨਾ ਹੋ ਸਕਿਆ, ਰੱਬ ਨਾ ਹੋ ਸਕਿਆ, ਉਹ ਮਰ ਕੇ ਰਾਮ ਨਹੀਂ ਹੁੰਦਾ। ਮਰ ਕੇ ਤੋਂ ਰਾਮ ਤੋਂ ਕੋਹਾਂ ਦੂਰ ਚਲਾ ਜਾਂਦਾ ਹੈ। ਇਹ ਭੁਲੇਖਾ ਆਪਦੇ ਮਨ ਚੋਂ ਕੱਢੋ। ਤੁਹਾਡੀ ਇੰਨੀ ਨਿਗਾਹ ਨਹੀਂ ਹੈ ਤੁਸੀਂ ਮਰ ਗਿਆਂ ਨੂੰ ਵੇਖ ਸਕੋ, ਉਹ ਤਾਂ ਰੱਬ ਤੋਂ ਬੜੇ ਦੂਰ ਚਲੇ ਗਏ ਨੇ। ਉਹ ਤਾਂ ਹੁਣ ਰੱਬ ਦਾ ਨਾਮ ਹੀ ਨਹੀਂ ਲੈ ਸਕਦੇ, ਉਹਨਾਂ ਦੇ ਮੂੰਹ ਤੋਂ ਰੱਬ ਨਿਕਲਦਾ ਹੀ ਨਹੀਂ। ਉਹਨਾਂ ਨੇ ਰੱਬ ਹੋਣਾ ਕੀ ਸੀ, ਰੱਬ ਕੋਲ ਜਾਣਾ ਕੀ ਸੀ, ਉਹ ਤਾਂ ਹੁਣ ਇੱਕ ਵਾਰੀ ਆਪਦੇ ਮੁਖ ਚੋਂ ਵਾਹਿਗੁਰੂ ਵੀ ਨਹੀਂ ਕਹਿ ਸਕਦੇ, ਰਾਮ ਵੀ ਨਹੀਂ ਕਹਿ ਸਕਦੇ। ਉਹ ਤੋਂ ਸੰਭਾਵਨਾ ਖਤਮ ਹੋ ਗਈ। ਤੋ ਜੀਂਦੇ ਜੀ ਰਾਮ ਬਣਨ ਦਾ ਅਵਸਰ ਸੀ। ਜੀਂਦੇ ਜੀ ਇਹ ਜੋ ਜਨਮ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਨੁੱਖ ਜੀਂਦੇ ਜੀ ਰਾਮ ਹੋਣਾ, ਜੀਂਦੇ ਜੀ ਪਰਮੇਸ਼ਰ ਹੋਣਾ। ਹਰ ਜਨ ਐਸਾ ਚਾਹੀਏ ਜੋ ਹਰ ਹੀ ਹੋਏ। ਜਨ ਭਾਵ ਮਨੁੱਖ ਹੁੰਦਿਆਂ ਹੁੰਦਿਆਂ ਹਰੀ ਬਣਨਾ। ਜੇ ਮਨੁੱਖ ਹੁੰਦਿਆਂ ਹੁੰਦਿਆਂ ਹਰੀ ਨਾ ਬਣੇ ਤਾਂ ਸਮਝੋ ਬਾਜੀ ਹਾਰ ਗਏ, ਬਾਜੀ ਹਾਰ ਗਏ, ਖਤਮ ਹੋ ਗਿਆ, जुआ हार गए। मरण लखाए मंडल में आए। मरना लिखिया गया, मौत पहला लिखी गई, जन्म बाद च मिलिया। मंडल धरती ते भेज दिता गया। हुण सवासां दी पूंजी दिती गई। सवासां दी समगरी पूंजी जिहदे नाल जीवन जीना। पूंजी सीमत मिण तोल के दिती गई भी इन्ना चिर तू दुनिया दे उत्ते जीएगा। काम की दिता गया, तू राम होना।
की होना है? राम होना। तो बंदा ना रहा, ये तो जानवर बन गया, ये तो जानवर बन गया। किथे तो राम होना सी, किते मांसाहारी हो गया, शराबी हो गया, कामी हो गया, भोगी हो गया, क्रोधी हो गया, लोभी हो गया, हंकारी हो गया। मैंने मार लिया। अपनी हौमै दे विच बंदे ने अपना जीवन इउं गाड़ लिया जिवें तेजाब दे विच कोई कोमल कपड़ा, कोमल चीज गड़ जाती है। हौमै तेजाब दी नहीं है, मैं बंदे नूं खा जाती है। जिन्नी किसे च मैं है उन्ना छेती खाधा जाएगा। जिन्ना तेजाब गढ़ है उन्ना वो कपड़े नूं, कोमल चीज नूं खा जाएगा। मैं हर बंदे च माड़ी जी तुसी किसे नूं केंगा ला के वेखो, बंदा गल सुन के राजी नहीं। बंदा थोड़ा जिहा भी निम के राजी नहीं। वो कहता हाँ हाँ मैनू ये गल कही किवें, मैं तेरे प्यो दा देना की है, तू मैनू गल किवें करदा। माण बड़ी तरह दा है, धन दा माण है, रूप दा माण है, गंध दा माण है, सोहणे होण दा माण है, कपड़े दा माण है, इज्जत दा माण है, धर्म दा माण है, पुत्रां दा माण है, भरावां दा माण है, प्यो दा माण है, जमीनां जायदादां धन दा माण है। बड़े माण लई बैठा बंदा अपने अंदर। तो महाराज कहंदे निमाणा होए टै पए किहदे अगे, टैणा किहदे अगे? राम दे अगे। राम कौन है? राम कौन है? राम वो जिन्हें अपने अंदरों राम प्रगट कर लिया। कबीर जदों आपदे गुरु कोल गया उदों राम नहीं सी, उदों कबीर सी। जदों गुरु ने गुर मंत्र दिता, बीज दिता, उस बीज तो बीज मंत्र कहते ने जो गुरु देंदा है। किसी नूं एक ओंकार मिले गुरु नानक तो, किसी नूं सनातन मत तो ओम मिले, किसी नूं मुसलमान मत तो अल्लाह मिले, किसी नूं राम मिले, किसी नूं नारायण मिले, किसी नूं जगदीश मिले। वखरे वखरे बीज मिले मंत्र। एक बीज दे विच पेड़ छुपिया हुंदा है। छोटा जिहा बीज हुंदा है पिपल ते बोड़ दा, बरीक जिहा राई तो भी बरीक हुंदा है। ओहदे विच एक वड्डा पिपल दा पेड़ छुपिया हुंदा है। एक छोटा जिहा भरून हुंदा है। उस भरून दे विच 6 फुट दा बंदा छुपिया हुंदा है। ओहदे चों भरून चों 6 फुट दा बच्चा बन जांदा है हौली हौली। इवें हर बीज मंत्र दे विच राम छुपिया है। हर बीज मंत्र विच राम है। जदों गुरु ने कबीर जी नूं बीज मंत्र दिता तो नाल बीजण दा वल सिखाया, सोझी दिती, ज्ञान दिता। कबीर इहदे वास्ते निमरता बहुत जरूरी है, नरमाई बड़ी जरूरी है, प्रेम बड़ा जरूरी है, आत्मा दा दरवड़ा बड़ा जरूरी है। अंदर निवाण चाहिए, निवाण दे उत्ते पानी आएगा, पानी गिल देगा, गिल नाल वतर आएगा, फिर बीज बीजी। डुंगियाई जरूरी है, इनू वाहना जरूरी है, सुहागा मारना जरूरी है। ये सारे भेद बताए गुरु ने। जिवें जिवें बीज मंत्र
कबीर अपने अंदर बीजदा गया। निवाण बनाई सेवा की, निमरता चाया राजा पीपा पहला गुरु कोल घोड़ियां ते चढ़ के आया सी। गुरु ने दरवाजे बंद कर ले, फिर आया आभूषण पा के, घर वाली नाल सी सोने दे गहने, फिर भेजता वापस, फिर सारे सोने दे गहने उतार के आया। गरीबी चाया, निमरता चाया, डिग के आया। अज तो असीं संतां कोल जाने आ, मोटरां गड्डियां ते टौर नाल तैयार होके जाने, धक्के नाल मंत्र जपदे आ, रिश्तेदारियां दा रोब मार के मंत्र लेने आ। इवें नहीं, ये तो डिग के मिलदा है, मिट के मिलदा है। गुरु ते शिष्य दा जिहड़ा रिश्ता है, इहदे विच कोई रिश्ता दूजा नहीं आउंदा, ना उम्र आउंदी। गुरु अमरदास महाराज की उम्र गुरु अंगद देव नालों किते ज्यादा है, किते ज्यादा है। 8वें पातशाह की उम्र ते 9वें पातशाह की उम्र का बड़ा बड़ा अंतर है। वो बालपन विच ने, वो रिश्ते चो दादा लगते हैं। कितना अंतर है। एक पोतरा गद्दी दे रहा अपने दादे नूं, इहदे विच उम्र का कोई सवाल ही नहीं, रिश्ते का कोई सवाल ही नहीं, रिश्ते का कोई सवाल नहीं। गुरु ते शिष्य का रिश्ता तां एक मैं नूं मिटा करके, सारे दुनिया के प्रभाव खत्म करके फिर बनता है। अगर दुनियावी प्रभाव कोई रह गया तो ये रिश्ता बनेगा नहीं, दात नहीं मिलेगी। तो बीजना सिखाया नाम बीज संतोख, सुहागा रख गरीबी वेश। प्रेम दा पानी पा गिल कर, बत्ते का बीजिया महाराज कहंदे छेती उगदा है। वतर ते बीजना सिखाया, बीज के संतोख दा सुहागा निमरता। जिथे गिल आ जाएगी, प्रेम आ जाएगा, उथे नदीन भी उगेगा, घाह भी उगेगा। जदों कोई फसल होएगी तो उन्हों उजाड़ा भी पएगा, वाड़ भी कढ़नी पैंदी। इसी तरह ये सारे प्रमाण दे करके रामानंद जी ने कबीर नूं कबीर तो राम बनाता। कबीर कहंदा राम कबीरा एक पए। जदों भी कोई राम बनेगा, मनुख ही बनेगा। बनाउण वाला भावें गुरु सरगुण होवे ते भावें निर्गुण होवे, बनेगा राम मनुख ही। बनेगा राम इस जूनी दे विच ही। अगर राम होए बगैर तुसी इस दुनिया तो चले जाते हो तो समझो जीवन हार के जा रहे हो। जे हुण तक नहीं बने तो यतन करो, राम होके जाओ इस दुनिया तो। राम होना की है, मिट जाना, मन दा मिट जाना। आत्मा सदैव काल तो राम है। मन बहुत बड़ी दीवार है, जेड़ा सानू मन अंदर बैठे राम दा बोध नहीं होने देंदा, ज्ञान नहीं होने देंदा, सोझी नहीं होने देंदा, पता नहीं लगन देंदा। अंदर बैठा राम सुखां दा दाता, सृष्टि दा मालक, दातां दा मालक ते बंदा मंगता बनिया फिरदा है। बंदा सुखां वास्ते दुकानां ते सुख लभदा है। कदे साधां दीयां दुकानां ते जांदा है, कदे पंडितां दीयां दुकानां ते जांदा है, कदे नकली
ਆਪੋ ਬਣੇ ਬਾਬਿਆਂ ਦੇ ਡੇਰਿਆਂ ਤੇ ਜਾਂਦਾ, ਕਦੇ ਡਾਕਟਰਾਂ ਕੋਲ ਜਾਂਦਾ, ਕਦੇ ਹਸਪਤਾਲਾਂ ਕੋਲ ਜਾਂਦਾ, ਕਦੇ ਪੁੱਤਰਾਂ ਤੋਂ ਸੁੱਖ ਮੰਗਦਾ, ਕਦੇ ਧੀਆਂ ਤੋਂ ਸੁੱਖ ਮੰਗਦਾ, ਕਦੇ ਸੰਸਾਰ ਤੋਂ ਸੁੱਖ ਮੰਗਦਾ, ਕਦੇ ਧਨ ਤੋਂ ਸੁੱਖ ਮੰਗਦਾ, ਕਦੇ ਸਾਧਨਾ ਤੋਂ ਸੁੱਖ ਮੰਗਦਾ। ਤੋ ਜੇ ਇਹਨਾਂ ਸਾਧਨਾ 'ਚ ਸੁੱਖ ਹੁੰਦਾ, ਧੀਆਂ ਪੁੱਤਰਾਂ ਕੋਲ ਸੁੱਖ ਹੁੰਦਾ, ਸੰਸਾਰ ਵਿੱਚ ਸੁੱਖ ਹੁੰਦਾ, ਤਾਂ ਫਿਰ ਅਸੀਂ ਪਰਮਾਤਮਾ ਨੂੰ ਸੁਖਾਨੰਦ ਕਿਉਂ ਕਹਿੰਦੇ? ਫਿਰ ਸਤ ਚਿਤ ਆਨੰਦ ਉਹਨੂੰ ਕਿਉਂ ਕਿਹਾ ਜਾਂਦਾ? ਪਰਮੇਸ਼ਰ ਨੂੰ। ਪਰਮੇਸ਼ਰ ਸਤ ਚਿਤ ਆਨੰਦ ਹੈ। ਉਹ ਆਨੰਦਾਂ ਦਾ ਖਜ਼ਾਨਾ ਹੈ, ਅੰਤਰ ਤੇਰੇ ਨਿਦਾਨ ਹੈ। ਉਹ ਅਸੀਮ ਸੁਖ ਜਿਹਦੀ ਕੋਈ ਸੀਮਾ ਨਹੀਂ, ਉਹ ਅਸੀਮ ਆਨੰਦ, ਅਨੰਤ ਆਨੰਦ। ਪਰ ਉਹ ਆਨੰਦ ਕਦੋਂ ਆਏਗਾ? ਜਦੋਂ ਚਿੱਤ ਸਤ ਹੋ ਜਾਏਗਾ। ਤੁਹਾਡਾ ਚਿੱਤ ਝੂਠਾ ਹੈ, ਤੁਹਾਡਾ ਚਿੱਤ ਅੜੇ ਝੂਠ ਦੇ ਨਾਲ ਜੁੜਿਆ, ਸੰਸਾਰ ਨਾਲ ਜੁੜਿਆ। ਸੰਸਾਰ ਸਾਰਾ ਝੂਠ ਹੈ, ਸਾਰੇ ਰਿਸ਼ਤੇ ਝੂਠ ਨੇ। ਕੋਈ ਇੱਕ ਰਿਸ਼ਤਾ ਦੱਸੋ ਜਿਹੜਾ ਸਦੀਵ ਕਾਲ ਟੁੱਟੇ ਨਾ। ਪਰਮੇਸ਼ਰ ਨੂੰ ਛੱਡ ਕੇ ਬਾਕੀ ਸਾਰੇ ਰਿਸ਼ਤੇ ਝੂਠੇ ਹੈ। ਕੋਈ ਅੱਜ ਟੁੱਟ ਜਾਏਗਾ, ਕੋਈ ਕੱਲ ਟੁੱਟ ਜਾਏਗਾ। ਬੰਦਾ ਸਭ ਕੁਝ ਜਾਣਦਾ ਹੋਇਆ, ਗਿਆਨਵਾਨ ਹੁੰਦਾ ਹੋਇਆ ਵੀ ਝੂਠੇ ਰਿਸ਼ਤਿਆਂ ਦੀ ਆਸ ਰੱਖੀ ਬੈਠਾ। ਸੁਖ ਦੀ ਇੱਛਾ, ਆਨੰਦ ਦੀ ਇੱਛਾ ਰਿਸ਼ਤਿਆਂ 'ਚ ਰੱਖੀ ਬੈਠਾ, ਬਾਹਰੋਂ ਰੱਖੀ ਬੈਠਾ। ਆਨੰਦ ਅੰਦਰ ਹੈ, ਇੱਛਾ ਬਾਹਰ ਰੱਖੀ ਹੈ। ਕੋਈ ਕਹਿੰਦਾ ਹੈ ਮੈਨੂੰ ਧਨ ਮਿਲ ਜਾਏ ਤੇ ਮੈਨੂੰ ਸੁੱਖ ਆ ਜਾਏਗਾ। ਧਨ ਬਾਹਰੋਂ ਮਿਲਣਾ, ਸੁੱਖ ਅੰਦਰ ਹੈ। ਕਿਸੇ ਕੋਲ ਬੱਚਾ ਨਹੀਂ ਹੋ ਰਿਹਾ, ਉਹ ਕਹਿੰਦਾ ਮੈਨੂੰ ਪੁੱਤਰ ਮਿਲ ਜਾਏ, ਸੁੱਖ ਆ ਜਾਏਗਾ। ਕਿਸੇ ਦਾ ਪ੍ਰਦੇਸ਼ ਗਿਆ, ਮਿਲੇ ਨੂੰ ਜ਼ਿਆਦਾ ਦੇਰ ਹੋ ਗਈ, ਉਹ ਕਹਿੰਦੇ ਆ ਕੇ ਮਿਲ ਜਾਏ ਤੇ ਸੁੱਖ ਆ ਜਾਏਗਾ। ਇਹ ਛਲ ਹੈ, 2 4 5 ਮਿੰਟ ਦਾ ਛਲ ਹੈ। ਜਦੋਂ ਪੁੱਤਰ ਅੱਖਾਂ ਦੇ ਸਾਹਮਣੇ ਆ ਗਿਆ, ਉਹ ਦੁੱਖ ਨੀਵਾਂ ਪੈ ਜਾਏਗਾ ਤੇ ਉਹਦੇ ਤੋਂ ਅਗਲਾ ਦੁੱਖ ਫਿਰ ਖਾਣ ਲੱਗ ਪਏਗਾ। ਫਿਰ ਧੀ ਨੂੰ ਲੋਚੇਗਾ, ਫਿਰ ਕੋਈ ਬਿਮਾਰੀ ਦਾ ਦੁੱਖ ਚੜ ਜਾਏਗਾ, ਫਿਰ ਮਾਨ ਸਨਮਾਨ ਦਾ ਦੁੱਖ ਚੜ ਜਾਏਗਾ। ਇੱਕ ਦੁੱਖ ਲੈਂਦਾ ਜਾਏਗਾ, ਦੂਜਾ ਦੁੱਖ ਚੜਦਾ ਜਾਏਗਾ। ਜਿਹੜਾ ਦੁੱਖ ਸਭ ਤੋਂ ਸਿਰੇ ਤੇ ਹੁੰਦਾ ਹੈ, ਉਹ ਚੁਭਦਾ ਹੈ। ਜਦੋਂ ਉਹ ਦੁੱਖ ਮਿਟ ਜਾਂਦਾ ਹੈ ਤੇ ਦੂਜਾ ਦੁੱਖ ਮੂੰਹ ਪੱਟ ਲੈਂਦਾ ਹੈ, ਉਹ ਚੁਭਣ ਲੱਗ ਜਾਂਦਾ ਹੈ। ਜਿਵੇਂ ਤੁਹਾਡੇ ਪੈਰ ਵਿੱਚ ਚੋਟ ਲੱਗੀ ਹੋਵੇ ਤੇ ਪੈਰ ਦਰਦ ਕਰ ਰਿਹਾ ਹੋਵੇ ਤੇ ਰਾਤ ਨੂੰ ਰੋਟੀ ਖਾਓ ਤੇ ਢਿੱਡ ਵਿੱਚ ਉਹਦੇ ਤੋਂ ਜ਼ਿਆਦਾ ਦਰਦ ਹੋਣ ਲੱਗ ਜੇ ਤੇ ਪੈਰ ਦੀ ਦਰਦ ਮਹਿਸੂਸ ਨਹੀਂ ਹੁੰਦੀ, ਢਿੱਡ ਵਾਲੀ ਮਹਿਸੂਸ ਹੋਣ ਲੱਗ ਜਾਂਦੀ। ਇਵੇਂ ਪਿਆਂ ਨੂੰ ਸਿਰ ਦਰਦ ਜ਼ਿਆਦਾ ਹੋਣ ਲੱਗ ਜਾਏ, ਢਿੱਡ ਵਾਲੀ ਦਰਦ ਜਿਹੜੀ ਹੈ ਉਹ ਘਟ ਜਾਏਗੀ, ਮਹਿਸੂਸ ਹੋਣੀ ਘਟ ਜਾਏਗੀ। ਸਿਰ ਦੀ ਦਰਦ ਜਿਹੜੀ ਹੈ ਉਹ ਬੰਦੇ ਨੂੰ ਜ਼ਿਆਦਾ ਤੰਗ ਕਰੇਗੀ। ਪੈਰ ਦੀ ਦਰਦ ਤੇ ਪੇਟ ਦੀ ਦਰਦ ਨਾਲੋਂ ਸਿਰ ਦੀ ਦਰਦ ਜਦੋਂ ਵੱਧ ਗਈ, ਫਿਰ ਉਹ ਜ਼ਿਆਦਾ ਤੰਗ ਕਰੇਗੀ। ਆਖਾਂਗੇ ਇਹ ਦਰਦ ਰੁਕ ਜਾਏ, ਪੇਟ ਵਾਲੀ ਮੈਂ ਜਰ ਲਾਂਗਾ। ਜਰੀ ਕੋਈ ਵੀ ਨਹੀਂ ਜਾਂਦੀ। ਕਦੇ ਪੇਟ ਵਾਲੀ ਅਜਰ ਸੀ, ਕਦੇ ਪੈਰ ਵਾਲੀ ਅਜਰ ਸੀ, ਹੁਣ ਸਿਰ ਦੀ ਅਜਰ ਹੋ ਗਈ ਹੈ। ਜਰਨੀ ਸਾਰੀਆਂ ਹੀ ਦੁੱਖ ਮਾੜੇ ਨੇ।
बस इंसान इसे माया के जाल विच ही अपना सुंदर जीवन गवा दिंदा है। अपने अंदरों सुख की खोज नहीं, बाहरलियां साधना तो सुख की खोज करदा। कोई नशे चो सुख खोजदा, कोई ठंडक चो सुख खोजदा, गर्मी है ते कहंदा ठंडी हवा आ जाए सुख मिलेगा। कोई खाण पीन चो सुख, कोई धीआं पुत्रां चो, कोई पहनण चो। सुखां दा खजाना अंदर है। केड़े ACC कबीर ते फरीद दे कर लगे, केड़ियां इमारतां ते उन्हां दे घर विच मखमल दे थान पए सी, केड़ा उन्हां दे घर विच भोजन दे भंडारे सी। गरीबियां दे विच पड़े, छन्ना थले रह के, छपरा थले सौ के उन्हां परमा आनंद नूं प्राप्त करके, परम आनंद नूं प्राप्त करके परमानंद हो गए। इस शरीर नालों नाता ही तोड़ लिया, इन्नी क आत्मा दी उचाई बना ली, शरीर दा कोई दुख उन्हां नूं हो ही न सके। फरीद कागा नूं आप कह रहे है कि बाकी पिंजर खा लै ते अखां ना खा। उन्हों कागां दे मांस तोड़न दा जिहड़ा दुख है वो दुख ही नहीं लग रहा। कागा चूंड न पिंजरा बसा तो उडर जाहे। कागा कुरंग टंडोलिया सगला खाया मांस, ए दोए नैना मत छुओ फिर देखण की आस। क्यों शरीर के प्रभाव तो उत्ते चले गए, आत्मा दे तल ते जीवन जीन लग पे, मन ते शरीर तो ऊपर चले गए। जिवें कोई समुंदर दी गहराई च चला जाए तो बाहरली जिहड़ा सेक है मानो 35-40 डिग्री दी धुप पई पैंदी है। जे ऊपरले पानी च बंदा तैरेगा तो सड़ जाएगा, बड़ा तत्ता पानी हो जाता 40 डिग्री ते। अगर वो टुबकी मार के थले चला जाएगा, गहराई च चला जाएगा तो बाहरली गर्मी तो, बाहरले पोल्यूशन तो, बाहरले प्रभाव तो गहराई च चला जाएगा। थले आनंद है, समुंदर की गहराई च आनंद है। खजाने ने, हीरे ने, मोती ने, थले दी दुनिया अलग है समुंदर की। चलो ये तो शरीर है, थले जाएगा, उन्हें साह लैन की लोड़ है, पर परमात्मा दियां जेड़ियां ये अवस्था ने समुंदर की गहराई तो भी किते आनंदमयी नहीं, किते आनंदमयी नहीं। जिमें जिमें तुसी संसार का प्रभाव छड़ते जाओगे, परमात्मा दे देश का आनंद, सब तो पहला आनंद ओदे शब्द दी आराधना, ओदे नाम नूं जपना। जिवें किसी लड़की दी शादी हो जाए, मंगनी हो जाए, उन्होंने अपने पति का नाम पता लग जाए, थोड़ी बहुत उन्होंने शक्ल के चिन्ह पता लग जान तो वह फुल्ली नहीं समाउंदी, अपने पति के नाम नूं याद कर करके शादी तक का समा बता लेंदी है। मेरे पति का नाम आए, मेरा पति इन्ना लम्मा है, इन्ना उच्चा है, गोरा है, चिट्टा है, मोटियां अखां ने, तिक्का नक है, उन्होंने दस दिंदा है कोई आके। वो खुशी महसूस करती है अपने पति के गुण वेख वेख के। वो बड़ा साऊ है, चंगे करदा है, क्रोधी नहीं है, मिठ बोलड़ा है। इवें जदों तक परमेश्वर मिले ना उहदे गुणां नाल प्रेम करो, तुहाडा पति सर्व व्यापक है, घट घट विच मौजूद है। सुखां आनंदां दा असीम खजाना है।
ਸਦੀਵ ਕਾਲ ਹੈ। ਅਮੀਰ ਤੇ ਗਰੀਬ ਦਾ ਉਹਨੂੰ ਕੋਈ ਪ੍ਰਭਾਵ ਨਹੀਂ ਹੈ, ਉਹ ਸਭ ਦਾ ਇੱਕੋ ਜਿਹਾ ਪਤੀ ਹੈ। ਉਹ ਸਾਡਾ ਅਸਲੀ ਘਰ ਦਾ ਮਾਲਕ ਹੈ, ਉਹ ਸਾਡੇ ਸਭ ਦਾ ਪਤੀ ਹੈ। ਅਸੀਂ ਉਹਦੇ ਨਾਲੋਂ ਵਿਛੜੇ ਹਾਂ ਤੇ ਮਿਲਣ ਦੀ ਸਾਡੀ ਆਸ ਵੱਧ ਗਈ ਹੈ, ਕਿਉਂਕਿ ਸਾਨੂੰ ਉਹਦਾ ਬੀਜ ਮੰਤਰ ਮਿਲ ਗਿਆ ਹੈ। ਕੋਈ ਮਿਲਿਆ ਹੋਇਆ ਮਿਲ ਗਿਆ ਜਿਹਨੇ ਸਾਨੂੰ ਉਹਦਾ ਰਾਹ ਦੱਸ ਦਿੱਤਾ ਹੈ, ਤੇ ਮਿਲਿਆ ਹੋਇਆ ਮਿਲਾ ਵੀ ਦਿੰਦਾ ਹੈ। ਤੋ ਉਸ ਪਰਮਾਤਮਾ ਦਾ ਜਿਹੜਾ ਨਾਮ ਕੋਈ ਵੀ ਹੋਏ, ਬਲਿਹਾਰੀ ਜਾਉ ਜੇਤੇ ਤੇਰੇ ਨਾਉ, ਜਿਹੜਾ ਆਪ ਏਡਾ ਵੱਡੀ ਸ਼ਕਤੀ ਹੈ, ਸਹਿ ਭੰਗ ਹੈ, ਗੁਰ ਪ੍ਰਸਾਦ ਹੈ, ਏਕ ਓੰਕਾਰ ਹੈ, ਉਹਦਾ ਨਾਮ ਸਤ ਹੈ, ਉਹਦੀ ਸਾਧਨਾ ਸਤ ਹੈ, ਉਹਦਾ ਮਿਲਾਪ ਸਤ ਹੈ। ਜਦੋਂ ਐਸੇ ਪਰਮਾਤਮਾ ਨੂੰ ਤੁਸੀਂ ਵਾਰ-ਵਾਰ ਕਿਸੇ ਮੰਤਰ ਨਾਲ ਅੰਤਰੀਮ ਭਾਵ ਚ ਅੰਦਰ ਜਾ ਕੇ ਚੇਤਾ ਕਰੋਗੇ, ਅੰਦਰੋਂ ਨਾਤਾ ਜੋੜੋਗੇ, ਫਿਰ ਹੌਲੀ-ਹੌਲੀ ਉਹਨੂੰ ਮਹਿਸੂਸ ਕਰੋਗੇ। ਉਹ ਬਾਹਰ ਨਹੀਂ ਹੈ ਕਿ ਉਹਨੂੰ ਆਵਾਜ਼ਾਂ ਮਾਰ-ਮਾਰ ਕੇ ਬੁਲਾਉਣਾ ਪਏਗਾ। ਮੁੱਲਾ ਮਨਾਰੇ ਕਿਆ ਚੜੇ ਸਾਈਂ ਨਾ ਬਹਿਰਾ ਹੋਏ, ਕਿਹਨੂੰ ਆਵਾਜ਼ਾਂ ਮਾਰਦਾ? ਉਹ ਤਾਂ ਤੇਰੇ ਅੰਦਰ ਹੈ। ਅੰਦਰ ਬੈਠੇ ਪਰਮਾਤਮਾ ਨੂੰ ਆਵਾਜ਼ ਮਾਰਨ ਦੀ ਕੀ ਲੋੜ ਹੈ? ਉਹਨੂੰ ਤਾਂ ਮਹਿਸੂਸ ਕਰੋ। ਪਤੀ ਤੇ ਪਤਨੀ ਦੋਨੋਂ ਜਦੋਂ ਨੇੜੇ ਆ ਜਾਣ ਤੇ ਆਵਾਜ਼ਾਂ ਮਾਰਨ ਦੀ ਕੀ ਲੋੜ ਹੈ? ਆਵਾਜ਼ ਮਾਰਨ ਦੀ ਕੋਈ ਲੋੜ ਨਹੀਂ, ਉਹ ਤਾਂ ਸਮਾਉਣਾ ਹੁੰਦਾ ਇੱਕ ਦੂਜੇ 'ਚ। ਇਵੇਂ ਪਰਮਾਤਮਾ ਤੁਹਾਡੇ ਅੰਦਰ ਹੈ, ਉਹਦੇ 'ਚ ਸਮਾ ਜਾਓ, ਉਹਨੂੰ ਮਹਿਸੂਸ ਕਰੋ। ਕਿਸੇ ਨਾਮ ਨਾਲ ਪੁਕਾਰ ਲਓ, ਪੁਕਾਰਨ ਤੋਂ ਬਾਅਦ ਫਿਰ ਉਹਨੂੰ ਮਹਿਸੂਸ ਕਰੋ। ਇੱਕ ਬੱਚਾ ਪੜ੍ਹਦਾ ਹੈ, ਸ਼ੁਰੂ ਵਿੱਚ ਫੱਟੀ ਤੇ ਸਲੇਟ ਨਾਲ ਪੜ੍ਹਦਾ ਹੈ। ਜੇ ਫੱਟੀ ਸਲੇਟ ਹੀ ਲਈ ਰੱਖੇਗਾ ਤੇ ਕਾਪੀ ਤੇ ਲਿਖਣਾ ਕਿਵੇਂ ਸਿੱਖੇਗਾ? ਹੌਲੀ ਹੌਲੀ ਪੈਨਸਲ ਨਾਲ ਲਿਖਦਾ ਹੈ, ਫਿਰ ਪੈਨਸਲ ਵੀ ਛੱਡ ਦਿੰਦਾ ਹੈ, ਫਿਰ ਪੈਨ ਨਾਲ ਲਿਖਦਾ ਹੈ, ਹੌਲੀ ਹੌਲੀ ਫਿਰ ਟਾਈਪ ਤੇ ਆ ਜਾਂਦਾ ਹੈ ਕੰਮ। ਉਂਗਲਾਂ ਹੀ ਮਾਰਨੀਆਂ ਹੁੰਦੀਆਂ ਨੇ ਸਿਰਫ। ਇਸੇ ਤਰ੍ਹਾਂ ਪਹਿਲਾਂ ਜਪਣਾ, ਫਿਰ ਜਪਣਾ ਛੱਡ ਦੇਣਾ, ਫਿਰ ਨਹੀਂ ਜਪਣਾ। ਫਿਰ ਉਹਨੂੰ ਮਹਿਸੂਸ ਕਰਨਾ, ਅੰਦਰੋਂ ਖੋਜਣਾ। ਘੰਟਿਆਂ ਬੱਧੀ ਆਪਣੇ ਅੰਦਰ ਬੈਠੇ ਰਹਿਣਾ, ਖੋਜੀ ਜਾਣਾ, ਖੋਜੀ ਜਾਣਾ, ਖੋਜੀ ਜਾਣਾ। ਖੋਜ ਕਰਦਿਆਂ 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 ਗਹਿਰਾਈ ਬਣ ਜਾਂਦੀ ਹੈ। ਮਨ ਰੁਕਾਵਟ ਹੈ। ਜਦੋਂ ਜਪਦੇ ਹੋ ਮਨ ਉਦੋਂ ਵੀ ਤੁਹਾਨੂੰ ਤੋੜਦਾ ਤੇ ਖੋਜ ਕਰਨ ਲੱਗਿਆਂ ਵੀ ਤੁਹਾਨੂੰ ਕਿਤੇ ਦਾ ਕਿਤੇ ਲੈ ਜਾਂਦਾ ਹੈ। ਇਹ ਲੜਾਈ ਤੁਸੀਂ ਆਪ ਲੜਨੀ ਹੈ, ਕਿਉਂਕਿ ਤੁਹਾਡੇ ਕਰਮਾਂ ਦੀ ਲੜਾਈ ਹੈ। ਇਹ ਲੜਾਈ ਕਿਸੇ ਹੋਰ ਨੇ ਨਹੀਂ ਲੜਨੀ ਤੁਹਾਡੀ। ਕਈ ਵਾਰੀ ਕਹਿ ਦਿੰਦੇ ਮਹਾਰਾਜ ਜੀ ਮਨ ਨਹੀਂ ਟਿਕਦਾ। ਇਹ ਪਾਪ ਵੀ ਤੁਸੀਂ ਕੀਤੇ ਨੇ, ਗੁਨਾਹ ਵੀ ਤੁਸੀਂ ਕੀਤੇ ਨੇ, ਇਹ ਮੋਹ ਵੀ ਸੰਸਾਰ ਨਾਲ ਤੁਸੀਂ ਪਾਇਆ। ਹੁਣ ਮੋਹ ਤੋੜੋ ਵੀ ਤੁਸੀਂ, ਅਸੀਂ ਥੋੜੀ ਤੋੜਨਾ। ਹਰ ਬੰਦਾ ਆਪਣਾ ਆਪਣਾ ਮੋਹ ਆਪੇ ਤੋੜਦਾ ਹੈ। ਹਲੇ ਤੱਕ ਦੁਨੀਆ 'ਚ ਐਸਾ ਨਹੀਂ ਹੋਇਆ ਕਿ ਕਿਸੇ ਦਾ ਮੋਹ ਕੋਈ ਦੂਜਾ ਤੋੜ ਦੇ। ਅਸੀਂ ਆਪਦਾ ਤੋੜਿਆ, ਤੁਸੀਂ ਆਪਦਾ ਤੋੜੋ। ਇਹ ਲੜਾਈ, ਇਹ ਜੰਗ ਤੋਂ ਤੁਹਾਨੂੰ ਆਪ ਲੜਨੀ ਪੈਣੀ ਹੈ। ਹਰ ਚਿੱਤ ਮੈਂ ਯੁੱਧ ਵਿਚਾਰਿਆ, ਆਪਣੇ ਅੰਦਰ ਇੱਕ ਜੰਗ ਲੜਾਈ ਲੜਨੀ। ਖਾਲਸਾ ਸੋ ਜੋ ਨਿਤ ਕਰੈ ਜੰਗ। ਜੇ ਤੁਸੀਂ ਖਾਲਸ ਹੋਣਾ ਹੈ, ਸ਼ੁੱਧ ਹੋਣਾ ਹੈ, ਪਵਿੱਤਰ ਹੋਣਾ ਹੈ, ਤੇ ਤੁਹਾਨੂੰ ਆਪਣੇ ਮਨ ਨਾਲ ਲੜਾਈ ਖੁਦ ਕਰਨੀ ਪੈਣੀ ਹੈ। ਆਪਣੇ ਮਨ ਨੂੰ ਸਮਝਾਓ, ਕੋ ਕਾਹੂ ਕੋ ਨਾਹੀ ਸਭ ਦੇਖਿਓ ਠੋਕ ਬਜਾਇਆ। ਕੇਵਲ ਤੁਹਾਡਾ ਆਪਣਾ ਕੀਤਾ ਕਰਮ ਹੀ ਤੁਹਾਡਾ ਹੈ, ਬਾਕੀ ਤੁਹਾਡਾ ਕੁਝ ਨਹੀਂ ਹੈ ਦੁਨੀਆ ਤੇ।
ਇਹ ਜਿਹੜਾ ਕਰਮ ਤੁਸੀਂ ਕਰਦੇ ਪਏ ਹੋ, ਇਹ ਕਰਮ ਹੀ ਤੁਹਾਨੂੰ ਫਲ ਦੇਗਾ। ਚੰਗਾ ਕਰਮ ਚੰਗਾ ਫਲ ਦੇਗਾ, ਬੁਰਾ ਬੁਰਾ ਦੇਗਾ। ਇਹ ਤੋਂ ਮਿਹਨਤ ਕਰਨ ਨਾਲ ਕਰਮ ਬਦਲਦਾ ਹੈ, ਰੋਣ ਧੋਣ ਨਾਲ, ਪਛਤਾਵਾ ਕਰਨ ਨਾਲ ਕਰਮ ਨਹੀਂ ਬਦਲਦਾ। ਜਿੰਨਾ ਮਰਜ਼ੀ ਤੁਸੀਂ ਰੋਈ ਜਾਓ, ਜਿੰਨਾ ਮਰਜ਼ੀ ਤੁਸੀਂ ਪਛਤਾਵਾ ਕਰੀ ਜਾਓ, ਕੁਝ ਨਹੀਂ ਹੋਣਾ। ਅਗਲਿਆਂ ਨੇ ਜਮਾਂ ਦੇ ਅੱਗੇ ਸਿੱਟ ਦੇਣਾ। ਪਰਮਾਤਮਾ ਤੋਂ ਕੋਹਾਂ ਦੂਰ ਹੋ ਜਾਓਗੇ, ਗੰਦਗੀ ਦੇ ਕੀੜੇ ਬਣੋਗੇ। ਕਿਸੇ ਨੂੰ ਕੀ ਪਤਾ ਤੁਸੀਂ ਕਿੱਥੇ ਪੈਦਾ ਹੋਗੇ, ਮਰੋਗੇ ਤੁਸੀਂ। ਕਿਸੇ ਨੂੰ ਨਹੀਂ ਪਤਾ ਲੱਗਣਾ ਧੀਆਂ ਪੁੱਤਰਾਂ ਚੋਂ ਤੁਸੀਂ ਗੰਦਗੀ ਦੇ ਕੀੜੇ ਕਿਸ ਨਾਲੀ 'ਚ ਬਣ ਗਏ ਹੋ ਜਾ ਕੇ। ਕਿਸੇ ਨੂੰ ਨਹੀਂ ਪਤਾ, ਨਾ ਕਿਸੇ ਨੇ ਮਦਦ ਕਰ ਸਕਣੀ, ਨਾ ਕਿਸੇ ਨੂੰ ਵੇਖਣਾ, ਨਾ ਪਤਾ ਲੱਗਣਾ। ਇਹ ਤੋਂ ਆਪਣੇ ਸਵਾਰੀ ਆਪਦੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਆਪੋ ਆਪਣੀ ਖੇਡ ਨੂੰ ਆਪੇ ਸਵਾਰੋ। ਗਿਆਨ ਗੁਰੂ का, ਗਿਆਨ ਸੰਤਾਂ ਨੇ ਦਿੱਤਾ ਵੀ ਤੇ ਲਿਖ ਵੀ ਦਿੱਤਾ। ਬਾਣੀ ਦੇ ਵਿੱਚ ਲਿਖੀ ਹੈ, ਇਹ ਬਾਣੀ ਮਹਾਂਪੁਰਖਾਂ ਕੀ। ਇਹ ਜਿਹੜੀ ਬਾਣੀ ਹੈ ਮਹਾਂਪੁਰਖਾਂ ਦੀ ਹੈ। ਉਹਨਾਂ ਨੇ ਆਪਣੇ ਤਜਰਬੇ, ਆਪਣੇ ਅਭਿਆਸ, ਆਪਣੀ ਮੁਸ਼ੱਕਤ, ਜੋ ਉਹਨਾਂ ਤੇ ਦਇਆ ਕੀਤੀ ਉਹਨਾਂ ਦੇ ਗੁਰੂਆਂ ਨੇ, ਪਰਮੇਸ਼ਰ ਨੇ, ਜਦੋਂ ਉਹ ਰਾਮ ਹੋ ਗਏ ਉਹਨਾਂ ਨੇ ਆਪਦੇ ਤਜਰਬੇ ਲਿਖੇ। ਉਹਨਾਂ ਲਿਖਿਆ ਕਿ ਅਸੀਂ ਵੀ ਕਿਸੇ ਵਕਤ ਆਮ ਸੀ। ਇੱਕ ਨੂੰ ਵੇਖ ਕੇ ਦੂਜੇ ਨੂੰ ਰੰਗ ਲੱਗਦਾ ਗਿਆ। ਇੱਕ ਨੂੰ ਵੇਖ ਕੇ ਅਖੀਰ ਵਿੱਚ ਕਹਿੰਦੇ ਨੇ ਧੰਨੇ ਨੂੰ ਚਾਹ ਆ ਗਿਆ। ਉਹਨੇ ਕਿਹਾ ਸਾਰੇ ਜੁੜ ਗਏ, ਮੈਂ ਰਹਿ ਗਿਆ। ਇਹ ਬਿਦ ਦੇਖ ਕੇ ਜਾਟੜੋ ਉੱਠ ਭਗਤੀ ਲਾਗਾ। ਮਿਲੇ ਤਨ ਗੁਸਾਈਆਂ ਤੰਨਾ ਵਡਭਾਗਾ। ਜਿਵੇਂ ਜਿਵੇਂ ਰਾਮ ਹੁੰਦੇ ਗਏ, ਫਰੀਦ ਹੋ ਗਿਆ, ਕਬੀਰ ਹੋ ਗਿਆ, ਰਵਿਦਾਸ ਹੋ ਗਿਆ, ਤਰਲੋਚਨ ਹੋ ਗਿਆ, ਨਾਮਦੇਵ ਹੋ ਗਿਆ। ਭਾਗਾਂ ਵਾਲਾ ਸੀ ਤੰਨਾ, ਜਿਹਨੂੰ ਚੰਗੀ ਰੀਸ ਕਰਨੀ ਆ ਗਈ। ਰੀਸ ਕੀਤੀ ਉਹਨੇ, ਠਾਕੁਰ ਪੂਜਿਆ। ਬਾਹਰੋਂ ਤਾਂ ਠਾਕੁਰ ਨਾ ਮਿਲਿਆ, ਪਰ ਅੰਦਰ ਵਾਲਾ ਠਾਕੁਰ ਮਿਲ ਗਿਆ। ਜਾਗ ਪਿਆ, ਜਾਗ ਪਿਆ। ਅੰਦਰੋਂ ਬੂੰਦ ਸਮੁੰਦਰ ਵਿੱਚ ਦੁਬਾਰਾ ਜਾ ਡਿੱਗੀ। ਸੂਰਜ ਕਿਰਨ ਮਿਲੀ, ਜਲ ਕਾ ਜਲ ਹੁਆ। ਸੂਰਜ ਗੁਰੂ ਨੇ ਕਿਰਨ ਬੂੰਦ ਪਾਣੀ ਨੂੰ ਪਿਘਲਾ ਦਿੱਤਾ। ਹੌਲੀ 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 ਸੰਗਤ ਕਰਦੀ 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 ਬੂੰਦ ਦੂਜੀਆਂ ਬੂੰਦਾਂ ਦੇ ਨਾਲ ਮਿਲ ਕੇ ਇੱਕ ਵਹਿਣ ਬਣ ਗਈ। ਇੱਕ ਨਾਲੇ ਤੋਂ ਨਦੀ ਬਣ ਗਈ, ਤੁਰੀ ਤੁਰੀ ਜਾਂਦੀ ਦਰਿਆ ਬਣ ਗਈ, ਜਾ ਕੇ ਸਮੁੰਦਰ ਵਿੱਚ ਫਿਰ ਡਿੱਗ ਪਈ। ਤੋ ਸਮੁੰਦਰ ਵਿੱਚ ਮਿਲਣ ਤੋਂ ਪਹਿਲਾਂ ਉਸ ਪਾਣੀ, ਉਸ ਬੂੰਦ ਦਾ ਨਾਮ ਦਰਿਆ ਸੀ। ਜਦੋਂ ਦਰਿਆ का पानी समुंदर में गिर गया, फिर किसी ने किया ये दरिया समुंदर में गिरया, उन्हें क्या ये दरिया समुंदर हो गया। बस इन्नी की खेड है। तुसी बूंद हो, समुंदर परमेश्वर है। ਜਦੋਂ ਤੱਕ ਮਨ ਨਹੀਂ ਮਰਦਾ, ਜਦੋਂ ਤੱਕ ਮਨ ਦਾ ਪ੍ਰਭਾਵ ਨਹੀਂ ਖਤਮ ਹੁੰਦਾ, ਤੁਸੀਂ ਸਮੁੰਦਰ ਨਹੀਂ ਹੋ ਸਕਦੇ। ਸਮੁੰਦਰ ਨਹੀਂ ਹੋ ਸਕਦੇ। ਸਮੁੰਦਰ ਤੁਹਾਡੇ ਅੰਦਰ ਹੈ। ਸਮੁੰਦਰ ਤੁਹਾਡੇ ਅੰਦਰ ਹੈ। ਇਹ ਸੰਸਾਰ ਸਮੁੰਦਰ ਹੈ, जुड़ के बनिया समुंदर है। सब में जोत, जोत है सोए तिसदा चानण, सब में चानण। सारियां जोतां ने
जिन्ने जीव ने सब चोदी जोत है। संसार समुंदे तार गोबिंदे। कोई गुरु मिल जाए, कोई गुरु का प्यारा मिल जाए, परमेश्वर का प्यारा मिल जाए, कोई राम मिल जाए तो हमारे कहते वो इस समुंदर दे विच डुबन नहीं देगा। असी बूंद हाँ, असी उस समुंदर विच समाउणा। मन रुकावट है, मन रुकावट। मन तुहाडा संसार नाल चिपिया पिया, रोंदे हो, करलाउंदे हो संसार करके। तुसी इना रोना तुहाडा किते परमेश्वर करके होवे। दाता मिलिया नहीं, मैं संसार तो की लेना। अंदर बैठे मालक नूं मैं मिल नहीं सकिया। ये दाता नूं मैं की करना कल नूं, 10 दिना महीने नूं 2 महीनिਆਂ नूं शरीर छुट जाना। ये दाता मेरे किस काम ने, ये इज्जत मान मेरे किस काम है, ये हस्तियां मेरे किस काम दियां, ये मेरा नाम, मेरिया उपाधियां, मेरिया डिग्रियां किस काम दियां। इन्हां दा मैं करांगा की, इन्हां डिग्रियां दा, धन दा, पैसे दा, उपाधियां दा मैं की करांगा। हुण तो बंदा राम आया सी, पै गया किहड़े चक्करां च। संसार तो छल है, तुहानू छलदा जाए। एक उपाधि ले लोगे फिर दूजी। पहला बच्चा जमदा है, फिर जवान होने दी छेती, जवान हो जाता है, फिर विआह दी छेती, विआह हो जाता है, फिर बच्चा पैदा करन दी छेती, बच्चा पैदा हो जाता है, फिर एक होर दी छेती। पैदा हो गए फिर पढ़ाने दी छेती, पढ़ गए फिर विआह दी छेती। मर गए तुसी इन्हां कम्मां च, डुब गए। जानवरां चों आए सी, जूना भोग के जानवरां वाले काम करके डुब गए। जिवें जानवर सिर्फ खाण पीन ते बच्चे जमन तो बगैर और कोई काम नहीं करते। आलना पा लिया, घोंसला बना लिया, बस इहदे विच ही संसार डुबी जा रहा है। बच सको ते बचो। वेद शास्त्र सिमरतियां पुराण गीता रामायण गुरु ग्रंथ साहिब मौजूदा समय दे संत महात्मा पीर फकीर औलिए सब आपो अपनी आवाज मार रहे हैं। तुसी उस आवाज नूं समझो वो की कह रहे, तुसी उस बात नूं समझो की कह रहे। अगर तुहाडे समझ आ गई तो तुसी भी इस मनुखा जामे तो पार हो जाओगे, इस समुंदर तो पार हो जाओगे। सच दा काम तो आवाज देना है, तारना नहीं है। तरना तो तुसी खुद है। सच दा काम आवाज देना है, तारना नहीं। तुसी तरो ना तरो, सच नूं इहदे नाल कोई मतलब नहीं। रब दा काम है आवाज देना। सच सबना का खसम है। सच कौन है? रब, परमात्मा। तो रब दा काम की है? आवाज देना। तरो या ना तरो, ये तुहाडा काम है। उन्होंने की फर्क पैंदा है? तुसी 2, 4, 500 साल 1000 साल होर घूमदे रहो जूना चुन, की फर्क पैंदा? कोई फर्क नहीं पैंदा। कष्ट भोगेगी तुहाडी आत्मा, भोगेगी। जूना च घूमोगे तुसी, घूमोगे। प्रेत बनोगे तुसी, बनोगे। उन्होंने की फर्क है? वो तो एक शक्ति है, सब नूं अपने विच समेटन दी ताकत बल रखदी है।
ਆਉਣਾ ਉਹਦੀ ਬੁੱਕਲ ਵਿੱਚ ਤੁਸੀਂ। ਕਰਮ ਇਨਸਾਨ ਦਾ ਇੱਕ ਬੜਾ ਵੱਡਾ ਸਾਧਨ ਹੈ। ਚੰਗਾ ਕਰਮ ਕਰਕੇ ਇਨਸਾਨ ਪਰਮਾਤਮਾ ਦੀ ਬੁੱਕਲ ਵਿੱਚ ਸਮਾ ਸਕਦਾ, ਬੂੰਦ ਸਮੁੰਦਰ ਵਿੱਚ ਸਮਾ ਸਕਦਾ। ਕਰਮ ਬੁੱਧੀ ਨਾਲ ਕਰਦਾ ਬੰਦਾ। ਹੁਣ ਇਹ ਕੀ ਪਤਾ ਬੰਦੇ ਦੀ ਬੁੱਧੀ ਕੀ ਸੋਚਦੀ ਹੈ? ਹਰ ਇੱਕ ਬੰਦੇ ਦੀ ਬੁੱਧੀ ਆਪੋ ਆਪਣੀ ਹੈ। ਕੋਈ ਪੈਸੇ ਬਾਰੇ ਸੋਚਦਾ ਹੈ, ਕੋਈ ਇੱਜ਼ਤ ਬਾਰੇ ਸੋਚਦਾ ਹੈ, ਕੋਈ ਮੈਂ ਬਾਰੇ ਸੋਚਦਾ ਹੈ, ਕੋਈ ਕਿਸੇ ਬਾਰੇ। ਜਦੋਂ ਤੱਕ ਤੁਹਾਡੀ ਬੁੱਧੀ ਚੰਗਾ ਕਰਮ ਨਹੀਂ ਕਰੇਗੀ, ਚੰਗੇ ਕਰਮ ਬਾਰੇ ਸਰੀਰ ਨੂੰ ਨਹੀਂ ਤੋਰੇਗੀ, ਇਸ ਜੀਵਨ ਨਾਲ ਚੰਗਾ ਕਰਮ ਨਹੀਂ ਕਰੋਗੇ तो भाग नहीं बनेगा। तो भाग बनेगा तो संत कृपा करेगा। भाग हुआ गुर संत मिलाया। कर्म तो भाग बनता है, भाग तो संत मिलता है। संत ज्ञान ते सोझी देंदा है, उस सोझी नाल आम इंसान आराम हो जाता है। भुलन अंदर सबको अपुल गुरु करतार फतेह बुलाओ। वाहिगुरु जी का खालसा, वाहिगुरु जी की फतेह। सतगुरु देव महाराज की जय। भगवान श्री चंद्र महाराज साहब जी की जय।